ਦੋਸਤੋ ਅਮਰੀਕਾ ਦੇ ਵਿੱਚ ਦੇਸੀ ਲੋਕ ਇੱਕ ਬੁਨਿਆਦੀ ਗਲਤੀ ਕਰ ਜਾਂਦੇ ਨੇ। ਉਸ ਗਲਤੀ ਦੀ ਵਜ੍ਹਾ ਨਾਲ ਉਹਦਾ ਬੜਾ ਨੁਕਸਾਨ ਹੁੰਦਾ ਹੈ। ਉਹ ਨੁਕਸਾਨ ਤੋਂ ਕਿਸ ਨਾਲ ਬਚਣਾ ਹੈ ਔਰ ਅਗਰ ਉਹ ਗਲਤੀ ਹੋ ਗਈ ਹੈ ਤੇ ਅੱਜ ਤੋਂ ਹੀ ਉਹਨੂੰ ਕਿਸ ਨਾਲ ਠੀਕ ਕਰਨਾ ਹੈ ਪੂਰਾ ਤਰੀਕਾ ਦੱਸਾਂਗਾ ਇਸ ਵੀਡੀਓ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਆਖਰ ਤੱਕ ਦੇਖੋ ਔਰ ਕੋਈ ਲਾਈਕ ਸ਼ੇਅਰ ਕਮੈਂਟ ਛੱਡ ਦਿਆ ਕਰੋ। ਆਨੇ ਆਪਣੇ ਮੌਜੂ ਵੱਲ ਦੇਖੋ ਜੀ। ਜਦੋਂ ਮੈਂ ਅਮਰੀਕਾ ਆਇਆ ਨਾ ਤੇ ਪਹਿਲੇ 5 ਸਾਲ ਮੇਰੇ ਘਰ ਕੀ ਚੱਲ ਰਿਹਾ, ਜੀਓ ਚੱਲ ਰਿਹਾ, ਏਅਰਵਾਈ ਚੱਲ ਰਿਹਾ, ਸਮਾਂ ਚੱਲ ਰਿਹਾ, ਬਸ ਆਪਣੇ ਚੈਨਲ ਦੇਖ ਰਹੇ ਆ ਔਰ ਜਾਂ ਸਟੋਰ ਤੇ ਕੰਮ ਕਰ ਰਹੇ ਆ। ਫਿਰ ਟੈਕਸੀ 'ਚ ਆ ਗਏ। ਟੈਕਸੀ 'ਚ ਆਏ ਤੇ ਫਿਰ ਗੋਰੇ ਨੇ ਜ਼ਾਹਰ ਨਾਲ ਬੈਠਣਾ, ਉਹਨਾਂ ਨੇ ਸਵਾਲ ਕਰਨੇ। ਉਹ ਤੈਨੂੰ ਪਤਾ ਤੇਰੇ ਮੇਅਰ ਨੇ ਕੀ ਕੀਤਾ, ਤੈਨੂੰ ਪਤਾ ਫਲਾਣਾ ਕੀ ਹੋਇਆ। ਸਾਨੂੰ ਕੀ ਪਤਾ, ਮੋਹਾਂ ਦੀ ਮੰਡੀ ਸੀ ਤਾਂ ਕਦੀ ਨਾ ਖਬਰਾਂ ਦੇਖੀਆਂ ਨਾ ਸੁਣੀਆਂ। ਉਸ ਤੋਂ ਬਾਅਦ ਜਿਹੜੇ ਨਾਲ ਕੰਮ ਕਰਦੇ ਉਹ ਵੀ ਦੇਸੀ, ਪਾਕਿਸਤਾਨੀ, ਇੰਡੀਅਨ, ਬੰਗਲਾਦੇਸ਼ੀ। ਉਹਨਾਂ ਨੇ ਵੀ ਉਹ ਸਾਡਾ ਮੌਜੂ ਕੀ ਹੁੰਦਾ ਜ਼ਿਆਦਾਤਰ ਇਮੀਗ੍ਰੇਸ਼ਨ। ਉਹ ਇਮੀਗ੍ਰੇਸ਼ਨ ਦੀ ਐਸੀਆਂ ਖਬਰਾਂ ਦੱਸਣੀਆਂ ਕਿ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਅਮਰੀਕਾ ਨੇ ਮੈਨੂੰ ਕੱਢ ਹੀ ਦੇਣਾ ਹੈ। ਮੈਨੂੰ ਤਾਂ ਕਦੀ ਉਹ ਮਿਲਣਾ ਹੀ ਨਹੀਂ, ਸਿਟੀਜ਼ਨਸ਼ਿਪ ਹੀ ਨਹੀਂ ਮਿਲਣੀ, ਨਾ ਮੇਰੇ ਘਰ ਲਿਆਉਣਾ, ਕਿਉਂਕਿ ਅਸੀਂ ਉਹ ਬੰਦ ਹੋ ਗਿਆ, ਹੁਣ ਇਹ ਹੋ ਰਿਹਾ ਹੈ। ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀ ਉਹ ਹਰ ਵਕਤ ਹੀ ਉਹ ਖਬਰਾਂ ਦੇਸੀ ਕਮਿਊਨਿਟੀ 'ਚ ਚੱਲਦੀਆਂ ਰਹਿੰਦੀਆਂ ਨੇ। ਉਹ ਖਬਰਾਂ ਕਿੱਥੋਂ ਆਉਂਦੀਆਂ ਨੇ? ਉਹ ਇੱਕ ਬੰਦਾ ਮੂੰਹ 'ਚ ਗੱਲ ਕੱਢ ਦਿੰਦਾ, ਉਹ ਫੈਲ ਜਾਂਦੀ ਹੈ। ਨਾ ਕੋਈ ਵੈਰੀਫਾਈ ਕਰਦਾ, ਨਾ ਕੋਈ ਖਬਰ ਦੇਖਦਾ, ਨਾ ਕੋਈ ਤਹਿਕੀਕ ਕਰਦਾ। ਮੋਸਟਲੀ ਲੋਕੀ, ਮੈਂ ਤੁਹਾਨੂੰ ਦੱਸ ਰਿਹਾ। ਮੈਂ ਫਿਰ ਇਸ ਪਾਸੇ ਆਇਆ, ਮੈਂ ਆਪਣੀ ਸਟੇਟ ਦੀਆਂ ਖਬਰਾਂ ਸਿਟੀ ਦੀਆਂ ਸ਼ੁਰੂ ਕੀਤੀਆਂ। ਫਿਰ ਆਸਤਾ ਮੈਨੂੰ ਸ਼ੌਕ ਪਿਆ, ਮੈਂ ਫਿਰ ਨੈਸ਼ਨਲ ਖਬਰਾਂ ਦੇਖਣੀਆਂ ਸ਼ੁਰੂ ਕੀਤੀਆਂ। ਫਿਰ ਮੈਂ ਕਿਹਾ ਯਾਰ ਮੈਂ ਆਪਣੇ ਕੰਮ ਵੱਲ ਕਿਉਂ ਨਾ ਦੇਖਾਂ, ਜਿੱਧਰ ਜ਼ਿਆਦਾ ਲੋਕਾਂ ਦਾ ਸਵਾਲ ਹੁੰਦਾ, ਜਿਹੜੇ ਜ਼ਿਆਦਾ ਲੋਕਾਂ ਦਾ ਮਸਲਾ ਉਹ ਇਮੀਗ੍ਰੇਸ਼ਨ ਹੈ। ਉਹ ਜਦੋਂ ਇਮੀਗ੍ਰੇਸ਼ਨ 'ਚ ਛਲਾਂਗ ਲਾਈ ਤਾਂ ਪਤਾ ਲੱਗਾ ਉਹ ਸਾਨੂੰ ਤਾਂ ਪਤਾ ਹੀ ਕੁਛ ਨਹੀਂ। ਨਾ ਸਾਨੂੰ ਅਮਰੀਕਾ ਦਾ ਕੁਛ ਪਤਾ ਹੈ, ਨਾ ਸਾਨੂੰ ਇਮੀਗ੍ਰੇਸ਼ਨ ਦਾ ਕੁਛ ਪਤਾ, ਨਾ ਇੱਥੋਂ ਦੇ ਸਿਸਟਮ ਦਾ ਕੁਛ ਪਤਾ ਹੈ। ਸਾਡਾ ਤਾਂ ਸਾਰਾ ਨਿਜ਼ਾਮ ਹੀ ਉਹੀ ਚੱਲ ਰਿਹਾ। ਫਿਰ ਜਨਾਬ ਆਸਤਾ ਚੀਜ਼ਾਂ ਪਤਾ ਲੱਗੀਆਂ। ਫਿਰ ਬਹੁਤ ਸਾਰੇ ਕੰਮ ਜਿਹੜੇ ਮੈਨੂੰ ਪਹਿਲੇ ਸਾਲ ਕਰਨੇ ਚਾਹੀਦੇ ਸੀ, ਮੈਂ 6-7 ਸਾਲ ਬਾਅਦ ਕੀਤੇ ਜਾ ਕੇ। ਉਹ ਤਰੀਕਾਕਾਰ ਫਿਰ ਆਸਤਾ ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੇ ਅੰਦਰ ਲੈ ਕੇ ਆਓ। ਤੁਹਾਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ, ਤੁਹਾਨੂੰ ਮੇਰੀ ਵੀਡੀਓ ਦੇਖਣ ਦੀ ਵੀ ਜ਼ਰੂਰਤ ਨਾ ਪਵੇ। ਤੁਹਾਨੂੰ ਆਪ ਸਾਰੀਆਂ ਖਬਰਾਂ ਦੇਖੋ। ਖਬਰਾਂ ਦਾ ਮੇਰਾ ਕੀ ਤਰੀਕਾਕਾਰ ਹੈ? ਮੈਂ ਸੁਬਾਹ ਅਖਬਾਰ ਪੜ੍ਹਨਾ, ਉਹ ਫੋਨ ਦੇ ਉੱਤੇ ਹੀ। ਹੁਣ ਤਾਂ ਕੋਈ ਅਖਬਾਰ ਤੇ ਨਹੀਂ ਆਉਂਦੇ, ਤੁਹਾਨੂੰ ਪਤਾ ਹੀ ਹੁਣ ਕੌਣ ਇੰਟਰਸਟ ਲੈਂਦਾ। ਫੋਨ ਦੇ ਉੱਤੇ ਅਖਬਾਰ ਆ ਜਾਂਦਾ, ਉਹ ਪੜ੍ਹ ਲਓ। ਖਬਰਾਂ ਦੇਖੋ, ਚੈਨਲ ਦੇਖੋ, ਇਮੀਗ੍ਰੇਸ਼ਨ ਦੇ ਵਿੱਚ ਕੀ ਹੋ ਰਿਹਾ, ਨਵੀਂ ਕੀ ਅਪਡੇਟ ਆ ਰਹੀਆਂ ਨੇ, ਇਹੀ ਪੜ੍ਹਨਾ। ਮੇਰੇ ਕੋਈ ਉਹ ਜ਼ਰਾਏ ਨਹੀਂ ਗਏ ਜੀ, ਅੰਦਰੂਨੀ ਜ਼ਰਾਏ ਸੇ ਖਬਰ ਹੈ। ਕਦੀ ਸੁਣਿਆ ਤੁਸੀਂ ਮੇਰੇ ਮੂੰਹ ਅੰਦਰੂਨੀ ਜ਼ਰਾਏ ਸੇ ਖਬਰ? ਕੋਈ ਅੰਦਰੂਨੀ ਜ਼ਰਾਏ ਨਹੀਂ ਹੁੰਦੇ ਇੱਥੇ ਹਰ ਚੀਜ਼ ਵੈਰੀ ਟਰਾਂਸਪੈਰੈਂਟ ਹੁੰਦੀ ਹੈ। ਤੁਸੀਂ ਜਨਾਬ ਆਪਣਾ ਖਬਰਾਂ ਪੜ੍ਹੋ, ਟੀਵੀ ਦੇਖੋ, ਆਪਣੇ ਮੁਤਲਕਾ ਦੇ ਖਬਰਾਂ ਦੇਖੋ, ਇਮੀਗ੍ਰੇਸ਼ਨ ਦੀਆਂ ਖਬਰਾਂ ਦੇਖੋ। ਤੁਹਾਨੂੰ ਜ਼ਰੂਰਤ ਹੀ ਨਹੀਂ ਕਿਸੇ ਦਾ ਵੀਡੀਓ ਦੇਖਣ ਦੀ, ਤੁਸੀਂ ਆਪ ਇੰਡੀਪੈਂਡੈਂਟ ਹੋ ਜਾਓਗੇ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਅਸਲ ਗੱਲ ਦਾ ਪਤਾ ਲੱਗੇਗਾ ਕਿ ਯਾਰ ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ। ਦੇਖੋ ਕੀ ਹੁੰਦਾ, ਅਕਸਰ ਮੈਂ ਵੀਡੀਓ ਬਣਾਉਣਾ, ਖਬਰ ਦੇਣਾ, ਤੇ ਤੁਸੀਂ ਲੋਕ ਕਈ ਵਾਰੀ ਤੋਂ ਮਰਾਦ ਹੈ ਕਿ 2% ਲੋਕ ਹੁੰਦੇ ਨੇ ਐਸੇ ਜਿਹੜੇ ਉਹ ਤੈਨੂੰ ਕਿੱਥੋਂ ਪਤਾ ਲੱਗ ਗਿਆ, ਤੂੰ ਕਿੱਥੋਂ ਲੈ ਕੇ ਆ ਗਿਆ, ਐਵੇਂ ਨਾ ਮਾਰ ਭੱਜ ਇੱਥੋਂ, ਇਹ ਕਿੱਥੋਂ ਖਬਰ ਆ ਗਈ। ਮਤਲਬ ਕਿ ਇਹੋ ਜਿਹੀਆਂ ਗੱਲਾਂ ਵੀ ਕਰਦੇ ਨਾ। ਹੁਣ ਮੈਂ ਉਹਨਾਂ ਨੂੰ ਜਵਾਬ ਤਾਂ ਨਹੀਂ ਦੇ ਸਕਦਾ ਜ਼ਾਹਰ, ਜਿਹੜੇ ਤਮੀਜ਼ ਦੇ ਦਾਇਰੇ 'ਚ ਕਰਦੇ ਨੇ ਮੈਂ ਉਹਨਾਂ ਨੂੰ ਜਵਾਬ ਦੇ ਦੇਣਾ, ਜਿਹੜੇ ਬਦਤਮੀਜ਼ੀ ਕਰਦੇ ਬਲੌਕ ਕਰ ਦੇਣਾ। ਮੈਂ ਉਹਨਾਂ ਦੇ ਸਟੈਂਡਰਡ 'ਤੇ ਨਹੀਂ ਜਾ ਸਕਦਾ ਨਾ, ਮੈਂ ਬਦਤਮੀਜ਼ੀ ਨਹੀਂ ਕਰ ਸਕਦਾ ਕਿਸੇ ਨਾਲ। ਤੇ ਉਹ ਕੀ ਹੁੰਦਾ, ਮਗਰ ਗਲਤੀ ਉਹਨਾਂ ਦੀ ਨਹੀਂ ਹੁੰਦੀ। ਮਸਲਾ ਕੀ ਹੁੰਦਾ ਕਿ ਉਹਨਾਂ ਨੇ ਇਹ ਚੀਜ਼ ਦੇਖੀ ਨਹੀਂ। ਇਸ ਵਾਸਤੇ ਮੈਂ ਕਹਿ ਰਿਹਾ ਕਿ ਇਸ ਚੀਜ਼ ਨੂੰ ਦੇਖੋ, ਵੈਰੀਫਾਈ ਹੋਏਗਾ, ਤੁਹਾਨੂੰ ਪਤਾ ਲੱਗੇਗਾ ਯਾਰ ਇਹ ਕੀ ਗੱਲ ਹੋ ਰਹੀ ਹੈ। ਹੁਣ ਦੇਖੋ ਮੈਂ ਤੁਹਾਨੂੰ ਦੱਸਣਾ, ਇਸ ਸਾਲ ਜਦੋਂ ਅਸੀਂ ਟੈਕਸ ਜਮ੍ਹਾਂ ਕਰਵਾਇਆ, ਤੁਹਾਡੇ 'ਚੋਂ ਕਿੰਨੇ ਲੋਕਾਂ ਨੂੰ ਪਤਾ ਹੈ ਕਿ ਟਿਪ ਦੇ ਉੱਤੇ ਹੁਣ ਟੈਕਸ ਨਹੀਂ ਦੇਤਾ। ਇਸ ਸਾਲ ਟਿਪ ਦੇ ਉੱਤੇ ਟੈਕਸ ਨਹੀਂ ਦੇਣਾ। ਹੋ ਸਕਦਾ ਤੁਹਾਡੇ ਅਕਾਊਂਟੈਂਟ ਨੇ ਤੁਹਾਨੂੰ ਦੱਸਿਆ ਹੋਵੇ, ਹੋ ਸਕਦਾ ਉਹਨੇ ਤੁਹਾਨੂੰ ਬਗੈਰ ਦੱਸੇ ਹੀ ਤੁਹਾਨੂੰ ਉਹਦਾ ਫੇਵਰ ਦੇ ਦਿੱਤੀ ਹੋਵੇ। ਲੇਕਿਨ ਜਦੋਂ ਤੁਸੀਂ ਆਪ ਕਰੋ, ਦੇਖੋ ਮੈਂ ਸਾਰੀ ਜ਼ਿੰਦਗੀ ਟੈਕਸ ਕਿਸੇ ਕੋਲ ਕਰਵਾਇਆ, ਹੁਣ ਮੈਂ ਟੈਕਸ ਆਪ ਕਰਨਾ। ਇਹ ਤਾਂ ਮੈਨੂੰ ਛੋਟੀਆਂ ਚੀਜ਼ਾਂ ਦਾ ਪਤਾ ਲੱਗਦਾ, ਯਾਰ ਇਹ ਹੋ ਰਿਹਾ, ਇਹ ਬ੍ਰੈਕਟ ਆ ਗਈ, ਇਹ ਨਵਾਂ ਸਿਸਟਮ ਆ ਗਿਆ, ਇਸ ਨਾਲ ਇਮੀਗ੍ਰੇਸ਼ਨ ਦਾ, ਇਸ ਨਾਲ ਇੱਥੋਂ ਦੀ ਸਿਆਸਤ ਦਾ, ਇੱਥੋਂ ਹਰ ਚੀਜ਼ ਦਾ ਤੁਹਾਨੂੰ ਇਲਮ ਮੀਡੀਆ ਤੋਂ ਲੱਗ ਜਾਂਦਾ। ਤੁਹਾਨੂੰ ਕੋਈ ਮੈਂ ਕੋਈ ਕਿਤਾਬਾਂ ਥੋੜ੍ਹੀ ਪੜ੍ਹਨਾ ਵਾ, ਬਸ ਆਰਟੀਕਲ ਪੜ੍ਹ ਲਏ, ਖਬਰਾਂ ਦੇਖ ਲਈਆਂ, ਕਿਸੇ ਦਾ ਵੀ ਇੰਟਰਵਿਊ ਸੁਣ ਲਿਆ, ਡੈਟਸ ਇਟ। ਮੈਨੂੰ ਪਤਾ ਇੰਗਲਿਸ਼ ਦਾ ਪ੍ਰੋਬਲਮ ਹੁੰਦਾ, ਲੇਕਿਨ ਸੁਣਨ ਦੇ ਵਿੱਚ, ਦੇਖਣ 'ਚ ਮੈਨੂੰ ਪਤਾ ਜਿਹੜੇ ਲੋਕ ਪੁਰਾਣੇ ਆਏ ਨੇ ਉਹਨਾਂ ਨੂੰ ਇੰਗਲਿਸ਼ ਦੀ ਸਹੀ ਸਮਝ ਆ ਜਾਂਦੀ ਹੈ। ਲਿਖਣਾ ਪੜ੍ਹਨਾ ਕੋਈ ਮਸਲਾ ਨਹੀਂ। ਤੇ ਇਸ ਵਾਸਤੇ ਤੁਸੀਂ ਇੱਧਰ ਵਾਲੇ ਪਾਸੇ ਆਓ, ਆਪਣੀ ਮੁਹਤਾਜੀ ਖ਼ਤਮ ਕਰੋ, ਖੁਦ ਦੇਖੋ, ਖੁਦ ਮੁਖਤਿਆਰ ਹੋਵੋ, ਫਿਰ ਤੁਹਾਡੇ ਤੱਕ ਸਹੀ ਖਬਰ ਪਹੁੰਚੇਗੀ। ਲੇਕਿਨ ਫਿਰ ਵੀ ਜੇ ਤੁਸੀਂ ਕਹੋਗੇ ਨਹੀਂ ਬੋਬੀ ਭਾਈ ਤੁਹਾਨੂੰ ਦੇਖਣਾ, ਤੇ ਮੈਂ ਤਾਂ ਵੀਡੀਓ ਬਣਾਉਣੇ। ਤੁਹਾਨੂੰ ਪਤਾ ਮੇਰਾ ਮਿਸ਼ਨ ਹੋ ਰਿਹਾ, ਮੇਰਾ ਮਿਸ਼ਨ ਤੁਹਾਡੀ ਹੈਲਪ ਕਰਨਾ ਤਾਂ ਕਿ ਤੁਹਾਡੇ ਪੈਸੇ ਵੀ ਬਚਣ, ਟੈਨਸ਼ਨ ਵੀ ਬਚੇ ਔਰ ਤੁਹਾਡਾ ਟਾਈਮ ਵੀ ਬਚੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।